हाय फ्रेंड, वेलकम टू माय यूट्यूब चैनल जिसका नाम है सहज स्टडीज़। ये चैनल मैं खास तौर ਤੇ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਮਦਦ ਲਈ ਬਣਾਇਆ ਹੈ। ਜਿਹੜੇ ਬੱਚੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਇਸ ਚੈਨਲ ਉੱਪਰ ਸਿਰਫ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੀ ਤਿਆਰੀ ਕਰਵਾਈ ਜਾਏਗੀ। ਜੇਕਰ ਤੁਸੀਂ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਮੇਰੇ ਵੀਡੀਓ ਨੂੰ ਲਾਈਕ ਕਰੋ, ਨਾਲ ਹੀ ਨਾਲ ਬੈਲ ਆਈਕਨ ਨੂੰ ਔਨ ਕਰ ਦਿਓ ਤਾਂ ਜੋ ਮੈਂ ਨਵਾਂ ਵੀਡੀਓ ਲੈ ਕੇ ਆਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਮੇਰੇ ਵੀਡੀਓ 'ਤੇ ਸੁਝਾਅ ਵੀ ਦਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦਾ ਲੱਗਾ। ਜੇਕਰ ਤੁਹਾਨੂੰ ਪੰਜਾਬੀ ਦੇ ਕਿਸੇ ਹੋਰ ਟੌਪਿਕ 'ਤੇ ਵੀਡੀਓ ਦੀ ਲੋੜ ਹੈ ਤਾਂ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਮੈਂ ਤੁਹਾਨੂੰ ਇੱਥੇ ਪੰਜਾਬੀ ਵਿਸ਼ੇ ਨਾਲ ਜੁੜੀ ਪ੍ਰੀਖਿਆ ਯੋਗ ਹਰ ਵੀਡੀਓ ਪ੍ਰੋਵਾਈਡ ਕਰਵਾਵਾਂਗਾ। ਨਮਸਕਾਰ ਸਾਥੀਓ, ਪੰਜਾਬੀ ਭਾਸ਼ਾ ਦੇ ਸਿੱਖਿਆ ਸ਼ਾਸਤਰ ਦੇ ਅੰਦਰ ਆਪਾਂ ਭਾਸ਼ਾ ਦੇ ਕੌਸ਼ਲ ਦੇ ਬਾਰੇ ਪੜ੍ਹ ਰਹੇ ਸੀ। ਉਸ ਦੇ ਅੰਦਰ ਹੁਣ ਤੱਕ ਜੋ ਆਪਾਂ ਪੜ੍ਹਿਆ ਹੈ ਉਹਦੇ ਅੰਦਰ ਮੌਖਿਕ ਜਾਂ ਫਿਰ ਬੋਲਚਾਲ ਦਾ ਕੌਸ਼ਲ ਹੈ ਉਹ ਟੌਪਿਕ ਪੂਰਾ ਕਰ ਚੁੱਕੇ ਹਾਂ। ਤੇ ਅੱਜ ਜਿਹੜਾ ਆਪਣੇ ਕੋਲੇ 2 ਨੰਬਰ ਵਾਲਾ ਹੈ ਸੁਣਨ ਕੌਸ਼ਲ, ਤਾਂ ਉਸ ਦੇ ਬਾਰੇ ਅੱਜ ਆਪਾਂ ਅਧਿਐਨ ਕਰਾਂਗੇ। ਜਿਹੜੇ ਮੇਰੇ ਸਾਥੀ ਇਸ ਚੈਨਲ ਤੇ ਬਾਅਦ ਦੇ ਅੰਦਰ ਜੁੜੇ ਨੇ ਉਹਨਾਂ ਲਈ ਮੈਂ ਦੱਸਣਾ ਚਾਹਾਂਗਾ ਕਿ ਉਹ ਚੈਨਲ ਦੀ ਪਲੇਲਿਸਟ ਦੇ ਅੰਦਰ ਜਾ ਕੇ ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ ਨਾਮਕ ਟੌਪਿਕ ਦੇ ਅੰਦਰੋਂ ਆਪ ਨੂੰ ਸਾਰੇ ਵੀਡੀਓਜ਼ ਮਿਲ ਜਾਣਗੇ। ਉੱਥੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਆਓ ਸਾਥੀਓ, ਸਮਾਂ ਨਾ ਬਰਬਾਦ ਕਰਦੇ ਹੋਏ ਅੱਜ ਗੱਲ ਕਰਦੇ ਹਾਂ ਆਪਾਂ ਸੁਣਨ ਕੌਸ਼ਲ ਦੀ ਸਿੱਖਿਆ, ਯਾਨੀ ਸੁਣਨ ਕੌਸ਼ਲ ਹੈ ਜਿਹੜਾ ਉਹਦੀ ਸਿੱਖਿਆ ਦੇ ਬਾਰੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਸੁਣਨ ਕੌਸ਼ਲ ਅਸਲ ਦੇ ਅੰਦਰ ਹੈ ਕੀ ਚੀਜ਼। ਤਾਂ ਸਾਥੀਓ, ਜਦੋਂ ਗੱਲ ਇਹ ਕਰਦੇ ਹਾਂ ਕਿ ਸੁਣਨ ਕੌਸ਼ਲ ਕੀ ਹੈ, ਸੁਣਨ ਦੀ ਯੋਗਤਾ ਪੈਦਾ ਕਰਨਾ ਅਤੇ ਸੁਣ ਕੇ ਦੂਜਿਆਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਨਾ। ਯਾਨੀ ਆਪਾਂ ਕੋਈ ਗੱਲ ਸੁਣਦੇ ਹਾਂ ਤੇ ਉਹ ਸੁਣ ਕੇ ਫਿਰ ਆਪਾਂ ਉਹ ਜਿਹੜਾ ਸਾਹਮਣੇ ਵਾਲੇ ਨੇ ਆਪਾਂ ਨੂੰ ਜੋ ਗੱਲ ਕਹੀ ਹੈ ਉਹਨੂੰ ਆਪਾਂ ਸਮਝ ਲਿਆ ਹੈ, ਉਹਨੂੰ ਆਪਾਂ ਗ੍ਰਹਿਣ ਕਰ ਲਿਆ ਹੈ, ਉਸ ਵਿੱਚ ਅਰਥ ਗ੍ਰਹਿਣ ਕਰਨ ਦੀ ਰੁਚੀ ਪੈਦਾ ਹੋ ਸਕੇ। ਇਸ ਲਈ ਸੁਣਨ ਕੌਸ਼ਲ ਬਹੁਤ ਹੀ ਜ਼ਰੂਰੀ ਹੈ। ਇਹ ਜ਼ਰੂਰੀ ਕਿਉਂ ਹੈ? ਕਿਉਂਕਿ ਜੇ ਕਿਸੇ ਨੇ ਕੋਈ ਗੱਲ ਕਹੀ, ਆਪਾਂ ਉਸ ਨੂੰ ਸੁਣਿਆ ਤਾਂ ਸੁਣ ਕੇ ਆਪਾਂ ਨੂੰ ਉਹ ਚੀਜ਼ ਦੀ ਸਮਝ ਆਉਣੀ ਚਾਹੀਦੀ ਹੈ। ਇਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਅਰਥ ਗ੍ਰਹਿਣ ਕਰਨ ਦੀ ਰੁਚੀ ਆਪਣੇ ਅੰਦਰ ਪੈਦਾ ਹੋਣੀ ਚਾਹੀਦੀ ਹੈ। ਫਿਰ ਹੀ ਸੁਣਨ ਕੌਸ਼ਲ ਦਾ ਜਿਹੜਾ ਮਹੱਤਵ ਹੈ ਉਹ ਪੂਰਨ ਹੋ ਸਕਦਾ ਹੈ। ਤਾਂ ਇਸ ਲਈ ਸੁਣਨ ਕੌਸ਼ਲ ਹੈ ਜਿਹੜਾ ਬੜਾ ਹੀ ਜ਼ਰੂਰੀ ਹੋ ਜਾਂਦਾ ਸਾਥੀਓ। ਤਾਂ ਅੱਜ ਆਪਾਂ ਇਸ ਤੋਂ ਸੰਬੰਧਿਤ ਇੱਕ ਪੁਆਇੰਟ ਨੂੰ ਕੰਪਲੀਟ ਕਰਾਂਗੇ, ਸੁਣਨ ਕੌਸ਼ਲ ਦੇ ਮਹੱਤਵ ਤੋਂ ਰਿਲੇਟਡ ਪੁਆਇੰਟ ਨੂੰ, ਕਿ ਸੁਣਨ ਕੌਸ਼ਲ ਦੇ ਮਹੱਤਵ ਕਿਹੜੇ-ਕਿਹੜੇ ਨੇ। ਸੁਣਨ ਕੌਸ਼ਲ ਦੇ ਮਹੱਤਵ ਨੂੰ ਹੇਠ ਲਿਖੇ ਨਿਯਮਾਂ ਰਾਹੀਂ ਸਮਝਿਆ ਜਾ ਸਕਦਾ ਹੈ। ਤਾਂ ਸਾਥੀਓ, ਇਸ ਦੇ ਜਿਹੜੇ ਨਿਯਮ ਨੇ ਆਪਾਂ ਉਹਨਾਂ ਦੀ ਹੁਣ ਗੱਲ ਕਰਾਂਗੇ ਕਿ ਸੁਣਨ ਕੌਸ਼ਲ ਦੇ ਕਿਹੜੇ-ਕਿਹੜੇ ਨਿਯਮ ਨੇ ਜਿਨ੍ਹਾਂ ਦੇ ਰਾਹੀਂ ਆਪਾਂ ਸੁਣਨ ਕੌਸ਼ਲ ਦੀ ਯੋਗਤਾ ਦੀ ਕੀਮਤ ਸਮਝਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਇਸ ਦਾ ਨਿਯਮ ਹੈ ਕਿ ਵਿਚਾਰਾਂ ਨੂੰ ਗ੍ਰਹਿਣ ਕਰਨ ਲਈ ਜ਼ਰੂਰੀ, ਯਾਨੀ ਜੋ ਵੀ ਸਾਹਮਣੇ ਵਾਲਾ ਵਿਅਕਤੀ ਕੋਈ ਗੱਲ ਕਹਿ ਰਿਹਾ ਹੈ ਤਾਂ ਉਹਨੂੰ ਆਪਾਂ ਗ੍ਰਹਿਣ ਕਰਨਾ ਜ਼ਰੂਰੀ ਹੈ। ਤਾਂ ਇਹਦੇ ਲਈ ਆਪਣੇ ਕੋਲ ਧੁਨੀਆਂ, ਆਵਾਜ਼ਾਂ ਨੂੰ ਸੁਣਨ ਨਾਲ ਹੀ ਸਮਝਿਆ ਜਾ ਸਕਦਾ ਹੈ। ਯਾਨੀ ਜਿਹੜੀ ਸਾਹਮਣੇ ਵਾਲਾ ਗੱਲ ਕਹਿ ਰਿਹਾ ਉਹ ਆਪਾਂ ਨੂੰ ਆਵਾਜ਼ ਜਿਹੜੀ ਆਪਣੇ ਤੱਕ ਆ ਰਹੀ ਹੈ ਤਾਂ ਉਹਨੂੰ ਜੇ ਆਪਾਂ ਸੁਣਦੇ ਹਾਂ ਤਾਂ ਹੀ ਸਮਝਦੇ ਹਾਂ। ਪਹਿਲਾ ਕੰਮ ਸੁਣਨ ਦਾ ਹੀ ਆ ਜਾਂਦਾ ਹੈ। ਦੂਜਿਆਂ ਦੇ ਵਿਚਾਰ ਗ੍ਰਹਿਣ ਕਰਨ ਤੋਂ ਪਹਿਲਾਂ ਉਹਨਾਂ ਵਿਚਾਰਾਂ ਨੂੰ ਸੁਣਨਾ ਪੈਂਦਾ ਹੈ। ਯਾਨੀ ਜਿਹੜਾ ਸਾਹਮਣੇ ਵਾਲਾ ਗੱਲ ਕਹਿ ਰਿਹਾ ਉਹਦਾ ਸਭ ਤੋਂ ਪਹਿਲਾਂ ਆਪਣਾ ਕਾਰਜ ਇਹੀ ਹੈ ਕਿ ਆਪਾਂ ਉਹਨੂੰ ਸੁਣਨਾ ਹੈ, ਸੁਣ ਕੇ ਸਮਝਣਾ ਹੈ, ਸਮਝ ਕੇ ਉਸਨੂੰ ਆਪਾਂ ਹਾਸਲ ਕਰ ਲੈਣਾ ਹੈ। ਫਿਰ ਉਹਦੇ ਉੱਤਰ ਦੇ ਅੰਦਰ ਆਪਾਂ ਕੋਈ ਆਪਣੀ ਐਕਟੀਵਿਟੀ ਕਰਨੀ ਹੈ, ਆਪਾਂ ਰਿਸਪੌਂਸ ਦੇਣਾ ਹੈ। ਜੇਕਰ ਸੁਣਨ ਕੌਸ਼ਲ ਚੰਗਾ ਹੋਵੇਗਾ ਤਾਂ ਦੂਸਰਿਆਂ ਦੀ ਗੱਲ ਨੂੰ ਵੀ ਚੰਗੀ ਤਰ੍ਹਾਂ ਸੁਣ ਕੇ ਆਰਾਮ ਨਾਲ ਉਸ ਸੰਬੰਧੀ ਆਪਣੇ ਵਿਚਾਰ ਪ੍ਰਗਟਾ ਸਕੇਗਾ। ਫਿਰ ਉਹ ਆਪਣੇ ਵਿਚਾਰ ਦੇ ਸੰਬੰਧ 'ਚ ਠੋਸ ਤੇ ਜ਼ਰੂਰੀ ਤਰਕ ਦੇ ਸਕੇਗਾ। ਤਾਂ ਇਹ ਗੱਲ ਆ ਗਈ ਸਾਥੀਓ ਇੱਥੇ, ਜਿਹੜੀ ਮੈਂ ਪਹਿਲੇ ਇੱਕ ਦੱਸੀ ਹੈ ਕਿ ਪਹਿਲਾ ਕੰਮ ਹੈ ਵਿਚਾਰਾਂ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਕੀ ਕਰਨਾ ਪਏਗਾ, ਸੁਣਨਾ ਪਏਗਾ। ਸੁਣ ਕੇ ਆਪਾਂ ਨੂੰ ਸਮਝਣਾ ਪਏਗਾ ਤੇ ਜਦੋਂ ਆਪਾਂ ਸਮਝਾਂਗੇ
ਤਾਂ ਫਿਰ ਆਪਾਂ ਉਸ ਦੇ ਪ੍ਰਤੀ ਉੱਤਰ ਕੋਈ ਉੱਤਰ ਦੇਣ ਲਈ ਤਿਆਰ ਹੋ ਸਕਦੇ ਹਾਂ। ਤੇ ਇਸ ਲਈ ਵਿਚਾਰਾਂ ਦੇ ਗ੍ਰਹਿਣ ਕਰਨ ਦੇ ਲਈ ਜ਼ਰੂਰੀ ਹੈ ਕਿ ਸੁਣਨ ਕੌਸ਼ਲ ਦੇ ਇਸ ਮਹੱਤਵ ਨੂੰ ਸਮਝਿਆ ਜਾਵੇ। ਫਿਰ ਆਪਣਾ ਸਾਥੀ ਉਸ ਤੋਂ ਬਾਅਦ ਜਿਹੜਾ ਦੂਸਰਾ ਪੁਆਇੰਟ ਆ ਜਾਂਦਾ ਹੈ ਉਹ ਆ ਜਾਂਦਾ ਹੈ ਸਿੱਖਿਆ ਵਿੱਚ ਸੁਣਨ ਕੌਸ਼ਲ ਦਾ ਮਹੱਤਵ। ਯਾਨੀ ਜਿਹੜੀ ਆਪਣੀ ਪੜ੍ਹਾਈ ਹੈ ਇਹਦੇ ਅੰਦਰ ਸੁਣਨ ਕੌਸ਼ਲ ਦਾ ਕਿੰਨਾ ਕੁ ਮਹੱਤਵ ਹੈ, ਇਸ ਦੇ ਬਾਰੇ। ਸਿੱਖਿਆ ਵਿੱਚ ਵੀ ਸੁਣਨ ਕੌਸ਼ਲ ਬਹੁਤ ਮਹੱਤਵ ਰੱਖਦਾ ਹੈ। ਅਧਿਆਪਕ ਸਿੱਖਿਆ ਦੇਣ ਸਮੇਂ ਮੌਖਿਕ ਵਿਚਾਰਾਂ ਦੀ ਵਰਤੋਂ ਕਰਦਾ ਹੈ। ਬੱਚੇ ਵਿੱਚ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨ ਲਈ ਸੁਣਨ ਕੌਸ਼ਲ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਬੱਚੇ ਵਿੱਚ ਜਦੋਂ ਸੁਣਨ ਕੌਸ਼ਲ ਵਿਕਸਿਤ ਹੋਏਗਾ ਤਾਂ ਉਹ ਉਨੀ ਚੰਗੀ ਤਰ੍ਹਾਂ ਸਿੱਖਿਆ ਪ੍ਰਾਪਤ ਕਰ ਸਕੇਗਾ। ਤਾਂ ਸਾਥੀਓ, ਇਹ ਬੜੀ ਹੀ ਵਧੀਆ ਗੱਲ ਕਹੀ ਗਈ ਹੈ ਕਿ ਸੁਣਨ ਕੌਸ਼ਲ ਮਹੱਤਵ ਕਿਉਂ ਰੱਖਦਾ। ਇਹਦਾ ਇੱਥੇ ਗੱਲ ਦੱਸੀ ਗਈ ਹੈ ਕਿ ਜਦੋਂ ਬੱਚੇ ਨੂੰ ਕੋਈ ਟੀਚਰ ਹੈ ਜਿਹੜਾ ਬੱਚੇ ਨੂੰ ਜਦੋਂ ਸਿੱਖਿਆ ਦਿੰਦਾ ਹੈ, ਪੜ੍ਹਾਉਂਦਾ ਹੈ, ਯਾਨੀ ਉਹ ਆਪਣੇ ਵਿਚਾਰ ਜਦੋਂ ਉਹ ਬੱਚੇ ਦੇ ਸਾਹਮਣੇ ਰੱਖਦਾ ਹੈ, ਤਾਂ ਜੇਕਰ ਬੱਚਾ ਦੇ ਸੁਣਨ ਜਿਹੜੇ ਆਪਾਂ ਅੰਗ ਕਹਿ ਦਿੰਦੇ ਹਾਂ ਜਾਂ ਉਸ ਦੀ ਜਿਹੜੀ ਉਹ ਤਰੀਕਾ ਹੈ ਜਿਹੜਾ ਸੁਣਨ ਦਾ ਉਹ ਸਹੀ ਨਹੀਂ ਹੈ ਜਾਂ ਪੂਰਾ ਧਿਆਨ ਕੇਂਦਰਿਤ ਨਹੀਂ ਹੈ ਜਾਂ ਸੁਣਨ ਅੰਗ ਨੇ ਜਿਹੜੀ ਉਹ ਸਹੀ ਐਕਟਿਵ ਨਹੀਂ ਹੈ, ਤਾਂ ਉਹਦੇ ਨਾਲ ਕੀ ਹੋਏਗਾ, ਉਹਨੂੰ ਜਿਹੜੇ ਅਸਲੀ ਟੀਚਰ ਦੇ ਵਿਚਾਰ ਨੇ ਉਸ ਤੱਕ ਨਹੀਂ ਪਹੁੰਚ ਸਕਣਗੇ। ਉਹ ਜਦੋਂ ਵਿਚਾਰ ਹੀ ਨਹੀਂ ਪਹੁੰਚ ਸਕਣਗੇ ਤਾਂ ਉਹਨਾਂ ਨੂੰ ਗ੍ਰਹਿਣ ਕਿਵੇਂ ਕਰੇਗਾ। ਤਾਂ ਇਹਦੇ ਲਈ ਟੀਚਰ ਨੂੰ ਦੋ ਗੱਲਾਂ ਚਾਹੀਦੀਆਂ ਹੈ ਕਿ ਜੇਕਰ ਉਹਦੇ ਸੁਣਨ ਸਹੀ ਨੇ ਯਾਨੀ ਕੰਨ ਉਸ 'ਤੇ ਬਿਲਕੁਲ ਸਹੀ ਕੰਮ ਕਰਦੇ ਨੇ ਤਾਂ ਫਿਰ ਉਸ ਦਾ ਧਿਆਨ ਕੇਂਦਰਿਤ ਕਰਨ ਵੱਲ ਟੀਚਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਇਸ ਤਰੀਕੇ ਨਾਲ ਜੇਕਰ ਆਪਾਂ ਬੱਚੇ ਨੂੰ ਸਿੱਖਿਆ ਦੇਵਾਂਗੇ ਤਾਂ ਸਿੱਖਿਆ ਦੇ ਅੰਦਰ ਜਿਹੜਾ ਸੁਣਨ ਕੌਸ਼ਲ ਦਾ ਮਹੱਤਵ ਹੈ ਉਹਦਾ ਉਦੇਸ਼ ਪੂਰਾ ਹੋ ਜਾਏਗਾ ਸਾਥੀਓ। ਤਾਂ ਸਾਨੂੰ ਇਹ ਗੱਲ ਨੋਟਿਸ ਕਰਨੀ ਚਾਹੀਦੀ ਹੈ ਕਿ ਸਿੱਖਿਆ ਦੇ ਅੰਦਰ ਜਿਹੜਾ ਸੁਣਨ ਕੌਸ਼ਲ ਦਾ ਮਹੱਤਵ ਇਸ ਲਈ ਹੈ ਕਿ ਬੱਚੇ ਨੂੰ ਸਹੀ ਵਿਚਾਰ ਹੈ ਜਿਹੜਾ ਉਹ ਗ੍ਰਹਿਣ ਕਰਾਉਣੇ ਨੇ, ਤੇ ਇਹਦੇ ਲਈ ਉਸ ਦੇ ਜਿਹੜੇ ਸੁਣਨ ਕੌਸ਼ਲ ਨੇ ਜਿਹੜੇ ਉਹਨਾਂ ਨੂੰ ਟੀਚਰ ਨੂੰ ਵਿਕਸਿਤ ਕਰਨਾ ਪਏਗਾ, ਡਿਵੈਲਪ ਕਰਨਾ ਪਏਗਾ। ਫਿਰ ਸਾਥੀਓ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਪੁਆਇੰਟ ਆ ਜਾਂਦਾ ਹੈ, ਪੁਆਇੰਟ ਨੰਬਰ 3 ਆ ਜਾਂਦਾ ਹੈ ਦੈਨਿਕ ਜੀਵਨ ਵਿੱਚ ਮਹੱਤਵ। ਯਾਨੀ ਜਿਹੜੇ ਰੋਜ਼ਾਨਾ ਦੇ ਆਪਣੇ ਕੰਮ ਨੇ ਉਹਦੇ ਅੰਦਰ ਸੁਣਨ ਕੌਸ਼ਲ ਦਾ ਕੀ ਮਹੱਤਵ ਹੈ। ਤਾਂ ਦੈਨਿਕ ਜੀਵਨ ਵਿੱਚ ਵਧੇਰੇ ਕੰਮ ਸੁਣਨ ਕੌਸ਼ਲ ਉੱਪਰ ਹੀ ਨਿਰਭਰ ਕਰਦੇ ਨੇ ਸਾਥੀਓ। ਆਪਾਂ ਸਾਰਾ ਦਿਨ ਜੋ ਵੀ ਗੱਲਾਂ ਬਾਤਾਂ ਕੰਮ ਲੈਣ ਦੇਣ ਕਰਦੇ ਹਾਂ ਉਹ ਸੁਣਨ ਨਾਲ ਹੀ ਚੜ੍ਹਦਾ ਹੈ। ਹਰ ਵੇਲੇ ਆਪਾਂ ਲਿਖਤ ਦੇ ਅੰਦਰ ਨਹੀਂ ਕੰਮ ਕਰਦੇ। ਜ਼ਿਆਦਾਤਰ ਆਪਣਾ ਜਿਹੜਾ ਜ਼ਿੰਦਗੀ ਦਾ ਹਿੱਸਾ ਹੈ ਉਹ ਕਿਸੇ ਨੇ ਕੋਈ ਆਪਾਂ ਨੂੰ ਪ੍ਰਸ਼ਨ ਕੀਤਾ ਆਪਾਂ ਉੱਤਰ ਦੇ ਦਿੱਤਾ ਜਾਂ ਉੱਤਰ ਦੇ ਵਜੋਂ ਉਸ ਦਾ ਜੋ ਵੀ ਹੱਲ ਹੈ ਉਹ ਕਰ ਦਿੱਤਾ। ਤਾਂ ਜ਼ਿਆਦਾਤਰ ਕੰਮ ਨੇ ਜਿਹੜੇ ਆਪਣੇ ਸੁਣਨ ਨਾਲ ਹੀ ਚੱਲਦੇ ਨੇ। ਅਸੀਂ ਆਪਣੇ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਸੁਣਨ ਉੱਤੇ ਨਿਰਭਰ ਹਾਂ। ਦੇਖੋ, ਜੇਕਰ ਸਹੀ ਢੰਗ ਨਾਲ ਸੁਣਾਂਗੇ ਫਿਰ ਹੀ ਆਪਾਂ ਸਹੀ ਸਫਲਤਾ ਦੇ ਨਾਲ ਉਹਨੇ ਜੋ ਪੁੱਛਿਆ ਉਹਦਾ ਉੱਤਰ ਦੇ ਸਕਦੇ। ਜੇ ਸੁਣਿਆ ਹੀ ਸਹੀ ਨਹੀਂ ਹੈ ਤਾਂ ਆਪਾਂ ਉੱਤਰ ਸਹੀ ਕਿੱਦਾਂ ਦੇ ਸਕਦੇ ਹਾਂ। ਜੇਕਰ ਸੁਣਨ ਦੀ ਯੋਗਤਾ ਨਾ ਹੋਵੇ ਤਾਂ ਅਸੀਂ ਉਹਨਾਂ ਵਿਚਾਰਾਂ ਤੋਂ ਗ੍ਰਹਿਣ ਕਰਨ ਵਿੱਚ ਪਿਛੜ ਜਾਵਾਂਗੇ। ਹੁਣ ਜੇਕਰ ਅਸੀਂ ਸਹੀ ਢੰਗ ਨਾਲ ਨਹੀਂ ਸੁਣਿਆ ਤਾਂ ਫਿਰ ਜਿਹੜੇ ਸਾਡੇ ਉਹਦੇ ਵਿਚਾਰ ਨੇ ਜਿਹੜਾ ਉਹ ਕਹਿਣਾ ਚਾਹੁੰਦਾ ਹੈ ਉਹਨੂੰ ਅਸੀਂ ਸਹੀ ਢੰਗ ਨਾਲ ਨਾ ਸਮਝ ਕੇ ਉਹਨੂੰ ਗ੍ਰਹਿਣ ਨਹੀਂ ਕਰ ਸਕਦੇ। ਉਸ ਤੋਂ ਅਸੀਂ ਹੋਰ ਦਿਸ਼ਾ ਭਟਕ ਜਾਵਾਂਗੇ ਜਾਂ ਉਸ ਦੇ ਗਲਤ ਅਰਥ ਕੱਢ ਲਵਾਂਗੇ। ਹੋ ਸਕਦਾ ਅਸੀਂ ਉਸ ਨੂੰ ਮਿਸ ਹੀ ਕਰ ਜਾਈਏ। ਫਿਰ ਸਾਨੂੰ ਉਸ ਦੇ ਚੰਗੇ ਨਤੀਜੇ ਵੀ ਪ੍ਰਾਪਤ ਨਹੀਂ ਹੋ ਸਕਦੇ। ਕਦੋਂ ਨਹੀਂ ਹੋ ਸਕਦੇ? ਜੇਕਰ ਅਸੀਂ ਉਹ ਸੁਣਨ ਕੌਸ਼ਲ ਸਾਡੇ ਅੰਦਰ ਵਧੀਆ ਨਹੀਂ ਹੈ ਤੇ ਅਸੀਂ ਸਾਹਮਣੇ ਵਾਲੇ ਦੇ ਵਿਚਾਰ ਨੇ ਜਿਹੜੇ ਉਹ ਸਹੀ ਢੰਗ ਨਾਲ ਨਹੀਂ ਸੁਣੇ, ਤੇ ਫਿਰ ਇਸ ਸਥਿਤੀ ਦੇ ਅੰਦਰ ਅਸੀਂ ਜਿਹੜੇ ਇਸ ਕੌਸ਼ਲ ਦੇ ਅੰਦਰ ਪਿਛੜ ਜਾਵਾਂਗੇ ਤੇ ਇਹਦਾ ਕਾਰਨ ਇਹ ਹੋਏਗਾ ਕਿ ਸਾਨੂੰ ਚੰਗੇ ਨਤੀਜੇ ਪ੍ਰਾਪਤ ਨਹੀਂ ਹੋ ਸਕਦੇ। ਸਾਡੇ ਦੈਨਿਕ ਜ਼ਿੰਦਗੀ ਦੇ ਅੰਦਰ ਵੀ ਸੁਣਨ ਕੌਸ਼ਲ ਦਾ ਇਸ ਨਜ਼ਰੀਏ ਤੋਂ ਬਹੁਤ ਮਹੱਤਵ ਹੈ। ਯਾਨੀ ਸਾਹਮਣੇ ਵਾਲਾ ਕੁਝ ਹੋਰ ਕਹਿ ਰਿਹਾ ਹੈ ਤੇ ਅੱਗੋਂ ਉਸ ਨੂੰ ਕੋਈ ਉੱਤਰ ਹੋਰ ਮਿਲ ਰਿਹਾ। ਫਿਰ ਆਪਣੇ ਕੋਲੇ ਪੁਆਇੰਟ ਆ ਜਾਂਦਾ ਹੈ ਵਾਦ ਵਿਵਾਦ ਸਮੇਂ ਸੁਣਨ ਕੌਸ਼ਲ ਦਾ ਮਹੱਤਵ। ਵਾਦ ਵਿਵਾਦ ਸਮੇਂ ਤਾਂ ਸਾਥੀਓ ਸੁਣਨ ਕੌਸ਼ਲ ਦਾ ਬਹੁਤ ਜ਼ਿਆਦਾ ਮਹੱਤਵ ਹੈ। ਜਿਹੜੇ ਬੱਚੇ ਦੇ ਅੰਦਰ, ਜਿਹੜੇ ਪ੍ਰਤੀਯੋਗੀ ਦੇ ਅੰਦਰ ਸੁਣਨ ਕੌਸ਼ਲ ਨਹੀਂ ਹੈ ਉਹ ਵਾਦ ਵਿਵਾਦ ਮੁਕਾਬਲੇ 'ਚ ਹਿੱਸਾ ਲੈ ਹੀ ਨਹੀਂ ਸਕਦਾ। ਕਿਉਂਕਿ ਅਗਰ ਵਾਦ ਵਿਵਾਦ ਜਿਹੜਾ ਮੁਕਾਬਲਾ ਹੈ ਉਹਦੇ ਅੰਦਰ ਪਹਿਲਾ ਕੰਮ ਹੁੰਦਾ ਸੁਣਨ ਦਾ। ਸਾਹਮਣੇ ਉਸ ਨੂੰ ਜੋ ਪ੍ਰਸ਼ਨ
ਅਟੈਕ ਦੇ ਅੰਦਰ ਮਿਲਿਆ ਤਾਂ ਉਸ ਦਾ ਕਾਊਂਟਰ ਅਟੈਕ ਉਸਨੇ ਜੇ ਵਧੀਆ ਤਰੀਕੇ ਨਾਲ ਪ੍ਰਸ਼ਨ ਨੂੰ ਸੁਣਿਆ ਤਾਂ ਹੀ ਉੱਤਰ ਦੇਗਾ ਨਾ। ਤਾਂ ਇਸ ਲਈ ਇਹ ਗੱਲ ਤਾਂ ਮੈਂ ਕਹੂੰਗਾ ਸਭ ਤੋਂ ਇੰਪੋਰਟੈਂਟ ਹੈ ਸਾਥੀਓ। ਵਾਦ ਵਿਵਾਦ ਮੁਕਾਬਲਿਆਂ ਵਿੱਚ ਸੁਣਨ ਕੌਸ਼ਲ ਦਾ ਬਹੁਤ ਹੀ ਮਹੱਤਵ ਹੈ। ਜਿਹੜੇ ਵਿਅਕਤੀ ਧਿਆਨ ਨਾਲ ਸੁਣਨ ਕੌਸ਼ਲ ਤੋਂ ਅਸਮਰਥ ਹਨ ਉਹ ਵਾਦ ਵਿਵਾਦ ਦੇ ਮੁਕਾਬਲਿਆਂ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਗੱਲ ਸੁਣਨ ਦੀ ਆ ਜਾਂਦੀ। ਜੇ ਢੰਗ ਨਾਲ ਅਸੀਂ ਪ੍ਰਸ਼ਨ ਹੀ ਨਹੀਂ ਸੁਣਿਆ ਤਾਂ ਉੱਤਰ ਉਸ ਦਾ ਵਾਦ ਵਿਵਾਦ ਦੇ ਮੁਕਾਬਲੇ 'ਚ ਕਿਵੇਂ ਦੇ ਸਕਦੇ ਹਾਂ। ਇਸ ਦੀ ਸਫਲਤਾ ਲਈ ਸੁਣਨ ਕੌਸ਼ਲ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਚੰਗੀ ਤਰ੍ਹਾਂ ਸੁਣ ਸਮਝ ਕੇ ਹੀ ਦੂਜਿਆਂ ਦੇ ਵਿਚਾਰਾਂ ਨੂੰ ਤਰਕ ਨਾਲ ਉੱਤਰ ਸਹਿਤ ਜੋੜਿਆ ਜਾ ਸਕਦਾ ਹੈ। ਤਾਂ ਸਾਥੀਓ, ਤਰਕ ਸਹਿਤ ਆਪਾਂ ਉੱਤਰ ਤਾਂ ਹੀ ਦੇ ਸਕਦੇ ਹਾਂ ਜੇਕਰ ਸਹੀ ਤਰੀਕੇ ਨਾਲ ਆਪਾਂ ਉਸ ਗੱਲ ਨੂੰ ਸੁਣਿਆ ਹੈ ਤਾਂ ਇਸ ਲਈ ਵਾਦ ਵਿਵਾਦ ਦੇ ਮੁਕਾਬਲੇ ਦੇ ਅੰਦਰ ਵੀ ਸੁਣਨ ਕੌਸ਼ਲ ਦਾ ਮਹੱਤਵ ਹੈ ਜਿਹੜਾ ਉਹ ਵੱਧ ਜਾਂਦਾ ਹੈ ਸਾਥੀਓ। ਤਾਂ ਇਸ ਲਈ ਸਾਨੂੰ ਸੁਣਨ ਕੌਸ਼ਲ ਹੈ ਜਿਹੜਾ ਸਾਡਾ ਉਸ ਦੇ ਉੱਪਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬੱਚਿਆਂ ਦੇ ਅੰਦਰ ਸੁਣਨ ਕੌਸ਼ਲ ਦੀ ਜਿਹੜੀ ਸਕਿੱਲ ਹੈ ਉਹ ਪੈਦਾ ਕਰਨੀ ਚਾਹੀਦੀ ਹੈ। ਫਿਰ ਸਾਥੀਓ ਇਸ ਤੋਂ ਬਾਅਦ ਆਪਣੇ ਕੋਲ ਇੱਕ ਪੁਆਇੰਟ ਆ ਜਾਂਦਾ ਹੈ ਇਕਾਗਰਤਾ ਦਾ ਮਹੱਤਵ। ਇਕਾਗਰਤਾ ਯਾਨੀ ਪੂਰਾ ਧਿਆਨ ਕੇਂਦਰਿਤ ਹੋਣਾ। ਯਾਨੀ ਕਈ ਵਾਰ ਇਸ ਵਜ੍ਹਾ ਦੇ ਨਾਲ ਵੀ ਬੱਚਾ ਸਹੀ ਢੰਗ ਨਾਲ ਸੁਣ ਨਹੀਂ ਸਕਦਾ ਕਿ ਉਸ ਦਾ ਧਿਆਨ ਹੀ ਨਹੀਂ ਹੈ। ਦਿਮਾਗ ਦਾ ਇਕਾਗਰ ਹੋਣਾ ਵੀ ਜ਼ਰੂਰੀ ਹੈ। ਜੇਕਰ ਸਾਡਾ ਦਿਮਾਗ ਇਕਾਗਰਤਾ ਨਹੀਂ ਰੱਖਦਾ ਤਾਂ ਅਸੀਂ ਚੰਗੀ ਤਰ੍ਹਾਂ ਵਿਕਾਸ ਨਹੀਂ ਕਰ ਸਕਦੇ। ਜੇਕਰ ਸਾਡਾ ਦਿਮਾਗ ਹੈ ਜਿਹੜਾ ਉੱਥੇ ਹੈ ਹੀ ਨਹੀਂ ਹੈ ਕਲਾਸ 'ਚ, ਬੱਚੇ ਨੂੰ ਪੜ੍ਹਾ ਰਿਹਾ ਇੱਕ ਟੀਚਰ ਤੇ ਬੱਚੇ ਦਾ ਦਿਮਾਗ ਕਿਤੇ ਹੋਰ ਹੈ, ਖੇਲਣ ਦੇ ਅੰਦਰ ਉਸਨੇ ਆਪਣੇ ਦਿਮਾਗ ਨੂੰ ਉਲਝਾ ਰੱਖਿਆ, ਦਿਮਾਗ ਦੇ ਅੰਦਰ ਉਸਦੀ ਸਟੋਰੀ ਖੇਡਣ ਸੰਬੰਧੀ ਚੱਲ ਰਹੀ ਹੈ, ਟੀਚਰ ਉੱਥੇ ਉਸ ਨੂੰ ਕੋਈ ਕਹਾਣੀ ਸੁਣਾ ਰਿਹਾ ਤਾਂ ਉਹ ਕਹਾਣੀ ਨਹੀਂ ਸੁਣ ਪਾਏਗਾ। ਮਾਨਸਿਕ ਇਕਾਗਰਤਾ ਲਈ ਸੁਣਨ ਕੌਸ਼ਲ ਬਹੁਤ ਹੀ ਮਹੱਤਵ ਰੱਖਦਾ ਹੈ। ਚੰਗੀ ਤਰ੍ਹਾਂ ਸੁਣ ਕੇ ਮਾਨਸਿਕ ਇਕਾਗਰਤਾ ਪੈਦਾ ਕਰਨੀ ਚਾਹੀਦੀ ਹੈ। ਬੱਚਾ ਸੁਣਨ ਕੌਸ਼ਲ ਰਾਹੀਂ ਜਾਗਰੂਕ ਬਣਦਾ ਹੈ। ਇਸ ਨਾਲ ਉਸ ਦੀਆਂ ਇੰਦਰੀਆਂ ਤੇਜ਼ ਚੁਸਤ ਹੋ ਜਾਂਦੀਆਂ ਨੇ, ਫਿਰ ਜਿਨ੍ਹਾਂ ਦੀ ਵਰਤੋਂ ਉਹ ਕੁਸ਼ਲਤਾ ਨਾਲ ਨਿਭਾਉਂਦਾ ਹੈ। ਤਾਂ ਸਾਥੀਓ ਇਸ ਲਈ ਟੀਚਰ ਨੂੰ ਚਾਹੀਦਾ ਹੈ ਕਿ ਇਸ ਗੱਲ ਵੱਲ ਵੀ ਖਾਸ ਧਿਆਨ ਰੱਖੇ ਕਿ ਬੱਚੇ ਦਾ ਧਿਆਨ ਉਸ ਵਿਸ਼ੇ ਵੱਲ ਹੈ ਜਾਂ ਨਹੀਂ ਹੈ ਜੋ ਕਲਾਸ ਦੇ ਅੰਦਰ ਕਰਵਾਇਆ ਜਾ ਰਿਹਾ, ਪੜ੍ਹਾਇਆ ਜਾ ਰਿਹਾ, ਉਸ ਨੂੰ ਬੱਚਾ ਸੁਣ ਪਾ ਰਿਹਾ ਕਿ ਨਹੀਂ, ਉਸ ਸੁਣਨ ਦੇ ਲਈ ਉਹਦੇ ਕੋਲ ਇਕਾਗਰਤਾ ਹੈ ਜਾਂ ਨਹੀਂ, ਉਸ ਦਾ ਧਿਆਨ ਉਸ ਵੱਲ ਲੱਗਿਆ ਹੋਇਆ ਹੈ ਜਾਂ ਨਹੀਂ, ਜਾਂ ਉਸ ਦਾ ਧਿਆਨ ਭਟਕਿਆ ਹੋਇਆ। ਜੇਕਰ ਬੱਚੇ ਦਾ ਧਿਆਨ ਭਟਕਿਆ ਹੋਏਗਾ ਤਾਂ ਉਹ ਇਸ ਕਾਰਜ ਦੇ ਅੰਦਰ ਸਫਲਤਾ ਹਾਸਿਲ ਨਹੀਂ ਕਰ ਸਕਦਾ। ਤਾਂ ਸਾਥੀਓ ਟੀਚਰ ਨੂੰ ਇਹ ਸਾਰੀਆਂ ਗੱਲਾਂ ਨੋਟਿਸ ਦੇ ਅੰਦਰ ਲੈ ਕੇ ਫਿਰ ਹੀ ਬੱਚੇ ਨੂੰ ਸਿੱਖਿਆ ਹੈ ਜਿਹੜੀ ਉਹ ਕਰਵਾਉਣੀ ਚਾਹੀਦੀ ਹੈ। ਤਾਂ ਸਾਥੀਓ ਇਹ ਸੀ ਅੱਜ ਦਾ ਆਪਣਾ ਸੁਣਨ ਕੌਸ਼ਲ ਤੋਂ ਸੰਬੰਧਿਤ ਮਹੱਤਵ। ਤੇ ਅਗਲੇ ਵੀਡੀਓ ਦੇ ਅੰਦਰ ਆਪਾਂ ਪੜ੍ਹਨਾ ਹੈ ਸੁਣਨ ਕੌਸ਼ਲ ਦੀਆਂ ਜਿਹੜੀਆਂ ਜ਼ਰੂਰੀ ਸ਼ਰਤਾਂ ਹੈ ਉਸ ਦੇ ਬਾਰੇ। ਐਸੇ ਤਰੀਕੇ ਨਾਲ ਚੈਨਲ ਤੇ ਜੁੜੇ ਰਹੋ ਤੇ ਮਿਹਨਤ ਜਾਰੀ ਰੱਖੋ। ਧੰਨਵਾਦ ਸਾਥੀਓ।